+1 ਦੇ ਸਟੂਡੈਂਟਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬੇਟਾ ਅੱਜ ਅਸੀਂ ਅੱਗੇ ਆਪਣੇ ਸੈਟਸ ਦੀ 1.3 ਐਕਸਰਸਾਈਜ਼ ਦੇ ਕਨਸੈਪਟਸ ਨੂੰ ਸਟਾਰਟ ਕਰਨ ਲੱਗੇ ਹਾਂ ਤੇ ਬੱਚੇ ਬਹੁਤ ਇੰਪੋਰਟੈਂਟ ਕੋਈ ਡੈਫੀਨੇਸ਼ਨਸ ਪਹਿਲਾਂ ਕਰਾਂਗੇ ਅਸੀਂ, ਉਸ ਤੋਂ ਬਾਅਦ ਉਹਨਾਂ ਨਾਲ ਰਿਲੇਟਡ ਕੁਝ ਆਪਾਂ ਕੁਐਸਚਨਸ ਕਰਾਂਗੇ। ਠੀਕ ਹੈ, NCERT 1.3 ਐਕਸਰਸਾਈਜ਼ ਦੇ ਤੇ ਸਟਾਰਟ ਕਰਦੇ ਹਾਂ ਜੀ। ਜਿਵੇਂ ਤੁਹਾਨੂੰ ਵਾਈਟ ਬੋਰਡ ਤੇ ਦਿਖ ਰਿਹਾ, ਇੱਥੇ ਲਿਖਿਆ ਹੋਇਆ ਸਬ ਸੈਟਸ। ਅਸੀਂ ਹੁਣ ਸੈਟਸ ਦੇ ਬਾਰੇ ਪੜ੍ਹੇ ਆ, ਉਹਦੀ ਡੈਫੀਨੇਸ਼ਨ ਰਿਪਰੈਜ਼ੈਂਟੇਸ਼ਨ ਦੇ ਬਾਰੇ ਪੜ੍ਹੇ ਆ। ठीक है, हुण असी नैक्सट टाइप्स ऑफ सैट्स के बारे भी पढ़े कि किहड़े टाइप के सैट्स होंदे आ। अगे फर्दर हुण पढ़ांगे अज असी सबसैट्स, प्रॉपर सबसैट्स, पावर सैट, प्रॉपर सुपरसैट एंड लास्ट यूनीवर्सल सैट। इन्हां डेफिनेशनस के बारे पढ़ांगे ते इहदे नाल दे क्वेश्चंस करांगे। ठीक है, तो स्टार्ट करते हैं बेटा असी हुण अपनी फर्स्ट डेफिनेशन तो सबसैट्स कि नहीं। मान लो A and B are two sets. ठीक है, A ਤੇ B ਸਾਡੇ ਕੋਲ ਕੀ ਨੇ? ਦੋ ਸੈਟਸ ਨੇ। If every element of A is element of B, then A is a subset of B। मान लो साडे कोल A ते B के दो सैट ने। A विच मान लो एलीमेंट हैगे आ 1 ते 2 ते B विच एलीमेंट हैगे आ जी 1 2 ते 3। इत्थे असीं की देख रहे हैं कि जिन्ने भी A दे एलीमेंट्स ने वो सारे एलीमेंट बेटा किहदे हैगे आ? B दे। ਜਿਹਦੇ ਸਾਰੇ A ਦੇ ਐਲੀਮੈਂਟ ਕਿਹਦੇ ਵਿੱਚ ਵੀ ਆ? B ਦੇ। ਆਦੇ ਮੰਨ ਲਓ ਕਿ ਇੱਕ ਸੈੱਟ ਦੇ ਜਿੰਨੇ ਵੀ ਐਲੀਮੈਂਟ ਆ ਕਿਸੇ ਹੋਰ ਸੈੱਟ ਦੇ ਵਿੱਚ ਸਾਰੇ ਦੇ ਸਾਰੇ ਦੂਜੇ ਸੈੱਟ ਵਿੱਚ ਵੀ ਹੈਗੇ ਆ, ਦੈਨ ਅਸੀਂ ਉਹ ਸੈੱਟ ਨੂੰ ਦੂਜੇ ਦਾ ਕੀ ਕਹਿ ਦਿੰਦੇ ਆ? ਸਬਸੈਟ। ਸਬਸੈਟ ਦਾ ਮਤਲਬ ਕਿ ਉਹਦਾ ਹੀ ਇੱਕ ਹਿੱਸਾ ਕਹਿ ਦਿੰਦੇ ਆ। ਜਿਵੇਂ ਅਸੀਂ ਕਹਿੰਦੇ ਕਿ ਪੂਰਾ ਇੰਡੀਆ ਦਾ ਮੈਪ, ਉਹਦੇ ਵਿੱਚ ਪੰਜਾਬ ਵੀ ਆਉਂਦਾ। ठीक है, मतलब ये कि पूरे का पूरा पंजाब जिहड़ा आ वो इंडिया के मैप दे विच आ रहा है। इहदा मतलब पंजाब इंडिया का की हैगा? एक सबसैट मान लियो। जे पूरा इंडिया नूं एक सैट मान लेने आ तो पंजाब की हो गया उहदा, पंजाब का एरिया की हो गया उहदा सबसैट। ठीक है, इदां ही जे एक सैट दे सारे एलीमेंट दूजे सैट विच आ रहे ने ते पहले इहनूं दूजे दा की कहांगे? सबसैट। इदां ही हुण A सैट आ, इहदे एलीमेंट 1 ते 2 सी। A B सैट विच हारे आ रहे ने 1 2 3, 1 2 एलिमेंट A दे B विच भी आ रहे ने। इट मीनस A की हो गया B दा सबसेट। यही साडी डेफिनेशन कहंदी इफ एवरी एलिमेंट ऑफ A इज एलिमेंट ऑफ B देन A इज अ सबसेट ऑफ B। ते ਅਸੀਂ ਇਹਨੂੰ डिनोट बेटा किवें करदे आ? A सबसेट ऑफ B। आ ਜਿਹੜਾ ਸਿੰਬਲ ਆ ਉਹਨੂੰ ਅਸੀਂ ਲਿਖਣਾ ਹੁੰਦਾ, ਇਹ ਸਿੰਬਲ ਨੂੰ ਅਸੀਂ ਪ੍ਰੋਨਾਂਸ ਕਰਦੇ ਆ is a subset of A is a subset of B। ਇਹਦਾ ਮਤਲਬ सबसेट ਦਾ ਸਿੰਬਲ ਹੈਗਾ। ਠੀਕ ਹੈ, ਇਹ ਸਿੰਬਲ सबसेट ਦਾ ਸਿੰਬਲ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਕਲੀਅਰ ਜੀ। ਹੁਣ ਮੰਨ ਲਓ ਮੈਂ ਇੱਕ C ਸੈਟ ਲਿਖ ਦਿੰਦਾ 1 2 ਤੇ 3 ਐਲੀਮੈਂਟ ਤੇ D ਸੈਟ ਲਿਖਤਾ ਮੈਂ ਇੱਥੇ 1 2 ਤੇ 4 ਤੇ 5। ਹੁਣ ਮੈਂ ਕਹਾਂ ਕਿ C D ਦਾ सबसेट हैगा। C ਦੇ ਵਿੱਚ ਬੇਟਾ ਐਲੀਮੈਂਟ ਆ 1 2 ਤੇ 3, ਬਟ D ਵਿੱਚ ਐਲੀਮੈਂਟ 1 2 ਤੇ ਇਹਦਾ ਹੈਗਾ ਬਟ 3 ਨਹੀਂ ਹੈਗਾ। ਮਤਲਬ ਅਸੀਂ ਇਹ ਕਹਿ ਸਕਦੇ ਆ ਕਿ 3 ਜਿਹੜਾ ਆ ਉਹ C ਸੈਟ ਵਿੱਚ ਹੈ ਬਟ C3 ਜਿਹੜਾ ਆ ਉਹ D ਸੈਟ ਦੇ ਵਿੱਚ ਨਹੀਂ ਆ। ਬਾਕੀ ਸਾਰੇ ਐਲੀਮੈਂਟ D ਸੈਟ ਵਿੱਚ ਹੈਗੇ ਆ, ਇੱਕ ਐਲੀਮੈਂਟ ਜਿਹੜਾ C ਸੈਟ ਦਾ D ਵਿੱਚ ਨਹੀਂ ਹੈਗਾ। ਇਹਦਾ ਮਤਲਬ ਹੈ C is not subset of D। ਜੇ ਕੋਈ ਸੈਟ ਕਿਸੇ ਦਾ ਸਬਸੈਟ ਨਹੀਂ ਹੁੰਦਾ ਉਹਨੂੰ ਕਿਵੇਂ ਲਿਖਣਾ ਹੁੰਦਾ? ਅਸੀਂ C ਸਾਡੇ ਕੋਲ ਹੈਗਾ not subset ਆ, ਇੱਥੇ ਕ੍ਰਾਸ ਪਾ ਦੇਣਾ not subset of D। सबसेट वास्ते ये साइन, नॉट वास्ते सिंपल ਆਪਾਂ ਉੱਤੇ ਕੀ ਆ ਕ੍ਰਾਸ ਜਿਹੜਾ ਆ ਸਾਈਨ ਉਹ ਪਾ ਦੇਣਾ ਹੁੰਦਾ। ਕਲੀਅਰ ਜੀ। ਇਹ ਸੀ ਬੇਟਾ ਕਿ ਇੱਕ ਸੈੱਟ ਦੂਜੇ ਦਾ ਸਬਸੈਟ ਕਦੋਂ ਹੁੰਦਾ। ਹੁਣ ਜੇ ਮੈਂ ਕਹਾਂ ਕਿ B A ਦਾ ਸਬਸੈਟ ਹੈ, ਬਿਲਕੁਲ ਨਹੀਂ, ਕਿਉਂਕਿ B ਦੇ ਜਿੰਨੇ ਵੀ ਐਲੀਮੈਂਟਸ ਨੇ ਸਾਰੇ A ਵਿੱਚ ਨਹੀਂ ਆ ਰਹੇ। ਇਟ ਮੀਨਸ B A ਦਾ ਸਬਸੈਟ ਨਹੀਂ ਹੈ। ਕਲੀਅਰ ਜੀ।
ਅੱਗੇ ਅਸੀਂ ਨੈਕਸਟ ਡੈਫੀਨੇਸ਼ਨ ਹੈ ਸੁਪਰ ਸੈਟ। ਹੁਣ ਦੇਖੋ ਬੇਟਾ ਇੱਥੇ A ਕੀ ਹੈਗਾ B ਦਾ ਸਬਸੈਟ, ਕਿ A ਦੇ ਸਾਰੇ ਐਲੀਮੈਂਟ ਕੀ ਆ B ਵਿੱਚ ਹੈਗੇ ਆ, ਤੇ ਫਿਰ ਜਿਹੜਾ B ਆ ਉਹ ਵੱਡਾ ਸੈੱਟ ਹੋ ਗਿਆ ਨਾ A ਨਾਲੋਂ, ਕਿ A ਨੂੰ ਸਾਰੇ ਦੇ ਸਾਰੇ ਨੂੰ ਕੀ ਆ ਕੰਟੇਨ ਕਰਦਾ ਪਿਆ। ਦੈਨ ਅਸੀਂ ਫਿਰ B ਨੂੰ ਕੀ ਨਾਮ ਦਵਾਂਗੇ, ਸੁਪਰ ਸੈਟ ਦਾ। ਮਤਲਬ if A is a subset of B then B is called superset of A। कि जे A B ਦਾ सबसेट आ, A B ਦਾ ਛੋਟਾ ਹਿੱਸਾ ਇੱਕ ਹੈਗਾ ਆ, then B ਜਿਹੜਾ ਆ ਉਹਨੂੰ ਕੀ ਕਵਾਂਗੇ A ਦਾ ਸੁਪਰਸੈਟ ਕਹਿ ਦਾਂਗੇ। ਕਲੀਅਰ? ਜਿਵੇਂ ਕੋਈ ਵੀ ਆਪਾਂ ਸੈੱਟ ਲੈ ਲਈ, ਮੰਨ ਲਓ ਜੇ E ਸੈੱਟ ਆ, ਉਹਦੇ ਐਲੀਮੈਂਟ ਨੇ A B ਤੇ C, ਤੇ D ਸੈੱਟ ਹੈਗਾ ਉਹਦੇ ਐਲੀਮੈਂਟ ਮੰਨ ਲਓ ਆ ਜਾਂਦੇ ਆ A B C ਤੇ D। ਹੁਣ E ਦੇ ਸਾਰੇ ਐਲੀਮੈਂਟ ਕੀ ਆ D ਵਿੱਚ ਆ, ਤੇ E ਕੀ ਹੋ ਗਿਆ D ਦਾ ਸਬਸੈਟ, ਤੇ D ਫਿਰ D ਨੂੰ ਕੀ ਕਹਾਂਗੇ E ਦਾ ਸੁਪਰਸੈਟ। ਵੱਡੇ ਸੈੱਟ ਨੂੰ ਕੀ ਕਹਿ ਦਿੰਦੇ ਫਿਰ ਅਸੀਂ, ਛੋਟੇ ਦਾ ਸੁਪਰਸੈਟ ਨਾਮ ਦਿੰਦੇ ਆ। ਕਲੀਅਰ ਜੀ? ਅੱਗੇ ਸਾਡੀ ਡੈਫੀਨੇਸ਼ਨ ਬੇਟਾ ਹੈਗੀ ਆ ਥਰਡ ਡੈਫੀਨੇਸ਼ਨ, ਪ੍ਰੋਪਰ ਸਬਸੈਟ। ਪ੍ਰੋਪਰ ਸਬਸੈਟ ਵਿੱਚ ਬੇਟਾ ਕੀ ਹੋਏਗਾ, ਮੰਨ ਲਓ ਅਸੀਂ ਕਿਹਾ ਜੀ A ਦੇ ਸਾਡੇ ਕੋਲ ਐਲੀਮੈਂਟ ਹੈਗੇ ਆ 1 2 ਤੇ 3, ਤੇ B ਦੇ ਸਾਡੇ ਕੋਲ ਐਲੀਮੈਂਟ ਆ, ਨੋਟ ਕਰਨਾ ਤੁਸੀਂ ਨਾਲ ਨਾਲ ਪੌਜ਼ ਕਰਕੇ ਨੋਟ ਕਰਦੇ ਜਾਓ, ਠੀਕ ਹੈ। B ਦੇ ਨਾਲ ਐਲੀਮੈਂਟ ਹੈਗੇ ਤੇ 1 2 3 ਤੇ 4। ਹੁਣ ਦੇਖੋ ਅਸੀਂ ਕਹਿ ਰਹੇ ਕਿ ਇੱਥੇ ਹੁਣ A ਦੇ ਸਾਰੇ ਐਲੀਮੈਂਟ B ਵਿੱਚ ਹੈਗੇ ਆ, ਇਟ ਮੀਨਸ A ਕੀ ਹੈਗਾ ਜੀ B ਦਾ ਸਬਸੈਟ, ਬਟ A ਜਿਹੜਾ ਆ ਉਹ B ਦੇ ਇਕੁਅਲ ਨਹੀਂ ਹੈਗਾ ਨਾ। ਹੁਣ ਪ੍ਰੋਪਰ ਸਬਸੈਟ ਵਿੱਚ ਕੀ ਆ, ਸੈਟ ਇੱਕ ਦੂਜੇ ਦਾ ਸਬਸੈਟ ਹੀ ਹੋਏਗਾ, ਬਟ ਅਸੀਂ ਉਹਨੂੰ ਪ੍ਰੋਪਰ ਸਬਸੈਟ ਕਦੋਂ ਬੇਟਾ ਕਵਾਂਗੇ, ਜਦੋਂ ਉਹ ਸੈਟ ਸਿਰਫ ਦੂਜੇ ਦਾ ਸਬਸੈਟ ਹੀ ਹੋਏ, ਉਹਦੇ ਬਰਾਬਰ ਨਾ ਹੋਏ। ਮਤਲਬ ਜੇ A B ਦਾ ਸਬਸੈਟ ਆ ਤੇ A B ਦਾ ਸਬਸੈਟ ਹੀ ਹੋਏ, ਬਟ A B ਦੇ ਜੇ ਇਕੁਅਲ ਨਹੀਂ ਹੈਗਾ, ਇਟ ਮੀਨਸ ਫਿਰ ਉਹ ਕੀ ਹੋ ਗਿਆ, ਪ੍ਰੋਪਰ। ਪ੍ਰੋਪਰ ਮਤਲਬ ਪੱਕੇ ਤੌਰ ਤੇ ਸਬਸੈਟ ਹੀ ਹੈ। ਤੁਸੀਂ ਕਹੋਗੇ ਕਿ ਸਰ ਇਕੁਅਲ ਦਾ ਇੱਥੇ ਕੀ ਮਤਲਬ, ਮੰਨ ਲਓ ਇੱਥੇ ਹੁਣ ਜੇ ਐਲੀਮੈਂਟ 3 ਹੀ ਹੈਗੇ ਨੇ, ਇੱਥੇ ਵੀ ਐਲੀਮੈਂਟ 1 2 3 ਆ, ਇੱਥੇ B ਸੈਟ ਦਾ ਐਲੀਮੈਂਟ 1 2 3 ਆ, ਇੱਥੇ ਹੁਣ ਮੈਂ ਕਹਿ ਸਕਦਾ ਕਿ A B ਦਾ ਸਬਸੈਟ ਵੀ ਆ ਤੇ A B ਦੇ ਇਕੁਅਲ ਵੀ ਆ। ਉਲਟਾ ਉਧਰੋਂ B ਵੀ A ਦਾ ਸਬਸੈਟ ਹੈ, ਕਿਉਂਕਿ B ਦੇ ਵੀ ਸਾਰੇ ਐਲੀਮੈਂਟ A ਵਿੱਚ ਹੈਗੇ ਆ। ਇੱਥੇ ਹੁਣ ਕੀ ਹੋ ਗਿਆ ਕਿ A B ਦਾ ਸਬਸੈਟ ਵੀ ਆ ਗਿਆ ਤੇ A B ਦੇ ਬਰਾਬਰ ਵੀ ਆ ਗਿਆ, ਇਟ ਮੀਨਸ ਇੱਥੇ ਹੁਣ A B ਦਾ ਪ੍ਰੋਪਰ ਸਬਸੈਟ ਨਹੀਂ ਆ, ਕੱਲਾ ਆਪਾਂ ਉਹਨੂੰ ਸਬਸੈਟ ਹੀ ਕਹਿ ਸਕਦੇ ਹਾਂ। ਪ੍ਰੋਪਰ ਸਬਸੈਟ ਕੋਈ ਵੀ ਸੈੱਟ ਦੂਜੇ ਦਾ ਕਦੋਂ ਹੋਏਗਾ, ਜਦੋਂ ਦੋਨਾਂ ਦੇ ਵਿੱਚ ਘੱਟੋ ਘੱਟ ਇੱਕ ਐਲੀਮੈਂਟ ਦਾ ਜ਼ਰੂਰ ਜਿਹੜਾ ਆ ਉਹ ਗਿਣਤੀ ਦਾ ਫਰਕ ਹੋਏ, ਠੀਕ ਹੈ। ਇਹ ਹੈ ਕਿ A ਦੇ ਸਾਰੇ ਐਲੀਮੈਂਟ B ਵਿੱਚ ਆਉਣ, ਬਟ A B ਦੇ ਬਰਾਬਰ ਨਾ ਹੋਏ, ਕਿ B ਵਿੱਚ ਘੱਟੋ ਘੱਟ ਇੱਕ ਦਾ ਐਲੀਮੈਂਟ ਹੋਰ ਜਿਹੜਾ ਆ ਉਹ ਜ਼ਰੂਰ ਵੱਧ ਹੋਏ, ਦੈਨ ਇਹ ਕਹਿ ਸਕਦੇ ਆ ਕਿ A B ਦਾ ਕੀ ਹੋਏਗਾ, ਪ੍ਰੋਪਰ ਸਬਸੈਟ ਹੋਏਗਾ। ਜਿਵੇਂ ਤੇ 4 ਪਾ ਦੇਣਾ, ਹੁਣ A B ਦਾ ਸਬਸੈਟ ਤੇ ਹੈ, ਬਟ A B ਦੇ ਕੀ ਆ, ਇਕੁਅਲ ਨਹੀਂ ਆ, ਇਟ ਮੀਨਸ A ਹੁਣ ਕੀ ਹੈਗਾ ਬੇਟਾ, B ਦਾ ਪ੍ਰੋਪਰ ਸਬਸੈਟ ਹੈ। ਕਲੀਅਰ ਜੀ? ਨੋਟ ਡਾਊਨ ਕਰ ਲਓ ਜੀ। ਦੇਖਿਆ ਕਿ ਕੋਈ ਰਿਜ਼ਲਟ ਸੀ ਅਸੀਂ, ਫਸਟ ਰਿਜ਼ਲਟ ਆ ਕਿ ਐਵਰੀ ਸੈਟ ਇਜ਼ ਸਬਸੈਟ ਆਫ ਇਟਸੈਲਫ, ਕਿ ਕੋਈ ਵੀ ਸੈੱਟ ਹੀ ਲੈਨੇ ਆ ਉਹ ਆਪਣੇ ਆਪ ਦਾ ਸਬਸੈਟ ਜ਼ਰੂਰ ਹੋਏਗਾ। ਕਿਉਂ? ਕਿਉਂਕਿ ਮੰਨ ਲਓ ਜੇ ਮੈਂ ਕਹਿੰਦਾ ਕਿ A ਸੈੱਟ ਵਿੱਚ ਐਲੀਮੈਂਟ 1 2 ਨੇ, A ਸੈੱਟ ਆਪਣੇ ਆਪ ਨੂੰ ਤੇ ਕੰਟੇਨ ਕਰਦਾ ਹੀ ਪਿਆ, ਮਤਲਬ ਜਿੰਨੇ ਵੀ ਐਲੀਮੈਂਟ A ਸੈੱਟ ਵਿੱਚ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਉਹ A ਆਪਣੇ ਆਪ ਨੂੰ ਤੇ ਕੰਟੇਨ ਕਰਦਾ ਹੀ ਆ। ਮਤਲਬ ਜੇ A ਨੂੰ ਮੈਂ 2 ਵਾਰ ਲਿਖ ਦਿੰਦਾ, ਆ ਵੀ A ਸੈੱਟ ਹੀ ਹੈ। ਹੁਣ ਆ ਦੇਖੋ ਇਸ A ਸੈੱਟ ਦੇ ਐਲੀਮੈਂਟ ਸਾਰੇ ਆਪਣੇ ਆਪ ਵਿੱਚ ਤੇ ਹੈ ਹੀ ਆ, ਇਟ ਮੀਨਸ ਅਸੀਂ ਕਹਿ ਸਕਦੇ ਆ A ਕੀ ਹੈਗਾ ਸਾਡੇ ਕੋਲ, ਸਬਸੈਟ ਆਫ A ਆ। ਕਲੀਅਰ ਜੀ? ਠੀਕ ਹੈ। ਇਸ ਦਾ ਮਤਲਬ ਇਹ ਕਿ ਹਰ ਇੱਕ ਸੈੱਟ ਜਿਹੜਾ ਆ ਉਹ ਆਪਣੇ ਆਪ ਦਾ ਸਬਸੈਟ ਜ਼ਰੂਰ ਹੁੰਦਾ, ਉਹ ਆਪਣੇ ਆਪ ਦੇ ਸਾਰੇ ਐਲੀਮੈਂਟ ਨੂੰ ਕੰਟੇਨ ਜ਼ਰੂਰ ਕਰਦਾ, ਠੀਕ ਹੈ। ਦੂਜਾ ਕਹਿੰਦੇ ਮੰਨ ਲਓ ਜੇ A B ਦਾ ਸਬਸੈਟ ਆ ਤੇ B A ਦਾ ਸਬਸੈਟ ਆ, ਇਹਦਾ ਮਤਲਬ ਇਹ ਕਿ ਕਦੋਂ ਹੋਏਗਾ, ਜਦੋਂ A ਕੀ ਹੋਏਗਾ B ਦੇ ਇਕੁਅਲ। ਇੱਥੇ ਆਪਾਂ ਇੱਕ ਸਾਈਨ ਯੂਜ਼ ਕਰਦੇ ਆ ਇਵੇਂ ਐਰੋ ਵਾਲਾ,
ਇਹਦਾ ਮਤਲਬ ਹੁੰਦਾ ਇਫ ਐਂਡ ਓਨਲੀ ਇਫ, ਕਿ ਜੇ ਆ ਚੀਜ਼ ਹੋਏਗੀ ਦੈਨ ਇਹ ਹੋਏਗੀ, ਜੇ ਇਹ ਹੋਏਗੀ ਦੈਨ ਇਹ ਹੋਏਗੀ, ਦੋਨੋਂ ਹੀ ਇੱਕ ਦੂਜੇ ਦੇ ਵਾਈਸ ਵਰਸਾ ਹੋਣਗੇ। ਮਤਲਬ ਜੇ ਮੈਂ ਕਹਿ ਰਿਹਾ ਕਿ A ਸੈੱਟ B ਸੈੱਟ ਦੇ ਇਕੁਅਲ ਆ, ਇਹਦਾ ਮਤਲਬ A B ਦਾ ਸਬਸੈਟ ਵੀ ਹੋਏਗਾ ਤੇ B A ਦਾ ਸਬਸੈਟ ਵੀ ਹੋਏਗਾ। ਜਾਂ ਫਿਰ ਕਹਿ ਰਹੀਏ ਕਿ ਜੇ A B ਦਾ ਸਬਸੈਟ ਹੈ B A ਦਾ ਸਬਸੈਟ ਹੈ, ਇਹ ਕਦੋਂ ਪੋਸੀਬਲ ਹੋ ਸਕਦਾ, ਜਦੋਂ A ਕੀ ਹੋਣਗੇ B ਦੇ ਇਕੁਅਲ, ਤੇ ਤਾਂ ਹੀ ਹੋਏਗਾ। ਆਪਾਂ ਕਹਾਂਗੇ A ਦੇ ਸਾਰੇ ਐਲੀਮੈਂਟ B 'ਚ ਆ ਤੇ B ਦੇ ਸਾਰੇ ਐਲੀਮੈਂਟ A 'ਚ ਆ, ਇਹਦਾ ਮਤਲਬ A ਤੇ B ਕੀ ਹੋ ਗਏ, ਇਕੁਅਲ ਹੋ ਗਏ। ਥਰਡ ਰਿਜ਼ਲਟ, ਹੁਣ ਦੇਖੋ ਬੇਟਾ ਜਿਹੜਾ ਫਾਈ ਆ, ਸਾਨੂੰ ਪਤਾ ਇਹ ਕੀ ਹੁੰਦਾ, ਇੱਕ ਐਮਪਟੀ ਸੈੱਟ। ਐਮਪਟੀ ਸੈੱਟ ਵੀ ਸਾਰੇ ਸੈੱਟ ਦਾ ਕੀ ਹੁੰਦਾ ਆ, ਸਬਸੈਟ ਹੁੰਦਾ, ਕਿਉਂਕਿ ਉਹ 'ਚ ਐਲੀਮੈਂਟ ਹੀ ਨਹੀਂ ਹੁੰਦਾ, ਤੇ ਫਿਰ ਸਾਰੇ ਸੈੱਟ ਦਾ ਕੀ ਹੋਏਗਾ, ਆਪਾਂ ਕਹਾਂਗੇ ਉਹਨੂੰ ਸਬਸੈਟ। ਠੀਕ ਹੈ। ਆ 4 ਦੇਖੋ, ਕਹਿੰਦੇ ਜੇ A ਪ੍ਰੋਪਰ ਸਬਸੈਟ ਹੈਗਾ B ਦਾ, ਉਹਨੂੰ ਇਵੇਂ ਡਿਨੋਟ ਕਰਦੇ ਆ, ਜੇ ਨੀਚੇ ਲਾਈਨ ਲਗਾਉਂਦੇ ਆ ਨਾ ਆਪਾਂ, ਇਹਦਾ ਮਤਲਬ ਹੁੰਦਾ ਕਿ A B ਦਾ ਸਬਸੈਟ ਆ, ਪ੍ਰੋਪਰ ਦੀ ਗੱਲ ਨਹੀਂ। ਜੇ ਪ੍ਰੋਪਰ ਸਬਸੈਟ ਆ ਤੇ ਆਪਾਂ ਕੱਲੀ ਆਹੀ ਜਿਹੜੀ ਆ ਸਿੰਗਲ ਜਿਹੜਾ ਆਪਾਂ ਯੂਜ਼ ਕਰ ਲੈਨੇ ਆ ਇਹਦੇ ਵਾਸਤੇ। ਕਲੀਅਰ ਜੀ, ਇਹਨੂੰ ਨੋਟ ਡਾਊਨ ਕਰ। ਨੈਕਸਟ ਡੈਫੀਨੇਸ਼ਨ ਜੀ, ਪਾਵਰ ਸੈਟ। ਇਹਨੂੰ ਸਿੱਖਣ ਤੋਂ ਪਹਿਲਾਂ ਇੱਕ ਚੀਜ਼ ਆਪਾਂ ਸਿੱਖਦੇ ਆ। ਮੰਨ ਲਓ ਬੇਟਾ A ਵਿੱਚ ਮੇਰੇ ਕੋਲ ਐਲੀਮੈਂਟ ਨੇ 1 ਤੇ 2, ਮੈਂ ਚਾਹੁੰਦਾ ਕਿ ਮੈਂ ਇਸ A ਸੈੱਟ ਦੇ ਸਬਸੈਟ ਬਣਾਉਣੇ ਨੇ। ਕਿਸੇ ਵੀ ਸੈੱਟ ਦੇ ਸਬਸੈਟ ਕਿੰਨੇ ਹੁੰਦੇ ਆ ਤੇ ਆਪਾਂ ਉਹਨੂੰ ਕਿਵੇਂ ਬਣਾਉਣਾ ਆ, ਸਬਸੈਟਸ ਨੂੰ ਆਪ ਕਿਦਾਂ ਕ੍ਰੀਏਟ ਕਰਨਾ ਆ, ਉਹ ਤੁਹਾਨੂੰ ਸਿਖਾਉਣ ਲੱਗਾ। ਬਹੁਤ ਇੰਪੋਰਟੈਂਟ ਹੈ, ਬੜੇ ਧਿਆਨ ਨਾਲ ਸਿੱਖਿਓ। ਸਭ ਤੋਂ ਪਹਿਲਾਂ ਤੇ ਇਸ A ਸੈੱਟ ਦੇ ਐਲੀਮੈਂਟ ਕਿੰਨੇ ਨੇ, 2 ਨੇ, 1 ਤੇ 1 2। ਠੀਕ ਹੈ ਜੀ। ਹੁਣ ਮੈਂ ਦੇਖਣਾ ਕਿ ਇਹਦੇ ਸਬਸੈਟ ਜਿਹੜੇ ਆ ਉਹ ਕਿੰਨੇ ਆਉਣਗੇ। ਉਹਦਾ ਸਾਡੇ ਕੋਲ ਬੇਟਾ ਕੀ ਤਰੀਕਾ ਹੁੰਦਾ, ਸਭ ਤੋਂ ਪਹਿਲਾਂ ਕਿਸੇ ਵੀ ਸੈੱਟ ਦੇ ਕਿੰਨੇ ਸਬਸੈਟ ਬਣ ਸਕਦੇ ਆ, ਕਿੱਦਾਂ ਦੇਖਣਾ, ਉਹਦੇ ਐਲੀਮੈਂਟ ਦੀ ਗਿਣਤੀ ਕਰ ਲਓ ਕਿੰਨੀ ਆ। 1 ਤੇ 2 ਐਲੀਮੈਂਟ ਆ, ਨੰਬਰ ਆਫ ਸਬਸੈਟ ਕਿਹਦੇ ਕਰਾਉਂਦੇ ਆ, 2 ਦੀ ਪਾਵਰ n। n ਕੀ ਹੁੰਦਾ ਹੈ, ਨੰਬਰ ਆਫ ਐਲੀਮੈਂਟ ਸਾਡੇ ਕੋਲ ਸੈੱਟ ਦੇ। ਹੁਣ ਇਹ ਚ ਐਲੀਮੈਂਟ ਕਿੰਨੇ ਆ, 2 ਨੇ, ਤੇ 2 ਦੀ ਪਾਵਰ 2 ਸਾਡੇ ਕੋਲ ਆ ਗਿਆ 4। ਕਿਸੇ ਵੀ ਸੈੱਟ ਦੇ ਸਬਸੈਟ ਕਿੰਨੇ ਹੁੰਦੇ ਆ, 2 ਦੀ ਪਾਵਰ ਨੰਬਰ ਆਫ ਐਲੀਮੈਂਟ ਇਨ ਸੈੱਟ। ਹੁਣ ਇੱਥੇ ਐਲੀਮੈਂਟ ਸਾਡੇ ਕੋਲ 2 ਸੀ ਤੇ 2 ਦੀ ਪਾਵਰ 2 ਕਿੰਨਾ ਆ ਗਿਆ 4। ਇਸ A ਸੈੱਟ ਦੇ 4 ਸਬਸੈਟ ਜਿਹੜੇ ਆ ਉਹ ਹੋ ਸਕਦੇ ਆ, 4 ਤੋਂ ਵੱਧ ਕਦੀ ਨਹੀਂ ਹੋਣਗੇ। ਠੀਕ ਹੈ। ਹੁਣ ਉਹਨਾਂ 4 ਸਬਸੈਟਸ ਨੂੰ ਅਸੀਂ ਕਿੱਦਾਂ ਲਿਖਣਾ, ਉਹ ਦੇਖੋ ਧਿਆਨ ਨਾਲ। ਸਭ ਤੋਂ ਪਹਿਲਾਂ ਜਿਹੜਾ ਪਹਿਲਾ ਸਬਸੈਟ ਆ ਉਹ ਸਾਡਾ ਕੀ ਹੋਏਗਾ, 5, ਕਿਉਂਕਿ 5 ਤੇ ਐਮਪਟੀ ਸੈੱਟ ਆ, ਉਹ ਸਾਰਿਆਂ ਦਾ ਸਬਸੈਟ ਹੁੰਦਾ। ਠੀਕ ਹੈ। ਜੇ ਬਹੁਤ ਦੂਜਾ ਸੈੱਟ ਸਬਸੈਟ ਦੀ ਬਣਾਉਣਾ, ਉਹ ਕੀ ਕਰੋ, ਸਾਰੇ ਐਲੀਮੈਂਟ ਸਿੰਗਲ ਸਿੰਗਲ ਲਓ ਤੇ ਉਹਨਾਂ ਦੇ ਉੱਪਰ ਕਰਲੀ ਬ੍ਰੈਕਟ ਚ ਪਾ ਲਓ, ਤੇ ਉਹ ਕੀ ਆ ਜਾਣਗੇ, ਸਬਸੈਟ। ਕਿਉਂਕਿ A ਦੇ ਸਬਸੈਟ ਕਿਹੜੇ ਹੋਣਗੇ, ਉਹ ਸਾਰੇ ਸੈੱਟ ਜਿਨ੍ਹਾਂ ਦੇ ਐਲੀਮੈਂਟ ਸਾਰੇ ਕੀ ਹੋਣਗੇ A ਦੇ ਵਿੱਚ। ਤੇ ਪਹਿਲਾ ਸਬਸੈਟ 5 ਆ ਗਿਆ ਐਮਪਟੀ, ਸੇ ਦੂਜਾ ਕੀ ਆਊਗਾ 1 ਐਲੀਮੈਂਟ ਨੂੰ ਮੈਂ ਕਰਲੀ ਬ੍ਰੈਕਟ ਚ ਪਾ ਲੈਣਾ। ਆ ਵੀ ਕੀ ਇੱਕ ਕਰਲੀ ਬ੍ਰੈਕਟ ਚ 1, ਇਹ ਵੀ ਇੱਕ ਸੈੱਟ ਹੈਗਾ ਜਿਹਦਾ ਐਲੀਮੈਂਟ ਕੀ ਆ 1, ਤੇ 1 A ਵਿੱਚ ਹੈਗਾ। ਇਹਦਾ ਮਤਲਬ ਇਹ ਕਿ A ਦਾ ਕੀ ਆ, ਸਬਸੈਟ। ਇਦਾਂ ਹੀ ਮੈਂ 2 ਐਲੀਮੈਂਟ ਲੈ ਲੈਣਾ, ਆ ਦੇਖੋ 2 ਲੈ ਲਿਆ। ਹੁਣ ਇਹ ਇੱਕ ਸੈੱਟ ਆ ਜਿਹਦਾ ਐਲੀਮੈਂਟ ਕੀ ਹੈਗਾ 2, ਤੇ 2 ਐਲੀਮੈਂਟ A ਸੈੱਟ ਵਿੱਚ ਹੀ ਹੈਗਾ, ਇਹਦਾ ਮਤਲਬ A ਸੈੱਟ A ਦਾ ਕੀ ਹੋ ਗਿਆ, ਸਬਸੈਟ। ਠੀਕ ਹੈ। 1 2 3 ਆ ਗਏ, ਐਲੀਮੈਂਟ ਖਤਮ ਹੋ ਗਏ। ਹੁਣ ਇੱਕ ਸਾਡੇ ਕੋਲ ਜਿਹੜਾ ਸੈੱਟ ਉਹ ਖੁਦ A ਹੀ ਆ ਜਾਣਾ ਆ, ਕਿਉਂਕਿ ਹਰ ਇੱਕ ਸੈੱਟ ਆਪਣੇ ਆਪ ਦਾ ਵੀ ਕੀ ਹੁੰਦਾ ਆ, ਸਬਸੈਟ ਹੁੰਦਾ। ਕਲੀਅਰ ਜੀ। ਇਸ ਤਰੀਕੇ ਨਾਲ ਅਸੀਂ ਕਿਸੇ ਵੀ ਸੈੱਟ ਦੇ ਸਬਸੈਟ ਜਿਹੜੇ ਆ ਬਣਾ ਸਕਦੇ। ਇੱਕ ਹੋਰ ਐਗਜ਼ਾਮਪਲ ਕਰ ਲੈਨੇ ਆ। ਮੰਨ ਲਓ ਮੇਰੇ ਕੋਲ B ਸੈੱਟ ਆ, ਉਹਦੇ ਐਲੀਮੈਂਟ ਹੈਗੇ ਨੇ A B ਤੇ C। ਹੁਣ ਮੈਂ ਦੇਖਣਾ ਪਹਿਲਾਂ ਕਿ ਇਸ ਸੈੱਟ ਦੇ ਨੰਬਰ ਆਫ ਸਬਸੈਟ ਆਉਣਗੇ ਕਿੰਨੇ ਆਉਣਗੇ ਜੀ, 2 ਦੀ ਪਾਵਰ ਐਲੀਮੈਂਟ ਕਿੰਨੇ ਆ ਜੀ ਇਹਦੇ, 1 2 ਤੇ 3, 2 ਦੀ ਪਾਵਰ 3 ਕੀਤਾ ਕਿੰਨਾ ਆ ਗਿਆ ਜੀ 8। ਇਸ ਸੈੱਟ ਦੇ 8 ਸਬਸੈਟ ਆਉਣੇ ਆ, 2 ਦੇ ਫਿਕਸ ਹੀ ਨੇ, ਇੱਕ ਐਮਪਟੀ ਸੈੱਟ ਤੇ ਦੂਸਰਾ ਸਾਡੇ ਕੋਲ ਕਿਹੜਾ ਆਉਣਾ, ਖੁਦ ਇਹ ਸੈੱਟ ਹੀ। ਹੁਣ ਬਾਕੀ ਦੇ 6 ਕਿਹੜੇ ਆਉਣੇ ਆ ਉਹ ਦੇਖਿਓ ਧਿਆਨ ਨਾਲ। ਪਹਿਲਾ ਸਾਡੇ ਕੋਲ ਸਬਸੈਟ ਆ ਗਿਆ 5। ਦੂਸਰਾ ਚਲੋ ਇੱਕ ਤੇ ਖੁਦ ਆਉਣਾ ਹੀ, ਲਾਸਟ ਲਿਖਾਂਗੇ। ਦੂਸਰਾ ਪਹਿਲਾ ਐਲੀਮੈਂਟ ਲਓ, ਉਹਨੂੰ ਕਰਲੀ ਬ੍ਰੈਕਟ ਚ ਪਾਓ, ਇਹ ਕੀ ਆ ਗਿਆ, ਇੱਕ ਸਾਡੇ ਕੋਲ ਸੈੱਟ ਆ ਗਿਆ। ਦੇਖੋ ਬੇਟਾ ਜੇ ਕੱਲਾ A ਲਿਖਾਂਗਾ, A ਸੈੱਟ ਨਹੀਂ ਹੈਗਾ। ਜਦੋਂ ਕੋਈ ਵੀ ਨੰਬਰ ਕਰਲੀ ਬ੍ਰੈਕਟ ਚ ਪੈ ਜਾਂਦਾ ਫਿਰ ਆਪਾਂ ਉਹਨੂੰ ਸੈੱਟ ਕਹਿੰਦੇ, ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ। ਇਹ ਇੱਕ ਸਿੰਗਲ ਐਲੀਮੈਂਟ ਆ, ਇਹ ਸੈੱਟ ਨਹੀਂ ਆ। ਜਦੋਂ ਮੈਂ ਇਹਦੇ ਅਰਾਊਂਡ ਕਰਲੀ ਬ੍ਰੈਕਟ ਪਾ ਦਾਂਗਾ ਤੇ ਇਹ ਕੀ ਬਣ ਜਾਏਗਾ, ਇੱਕ ਸੈੱਟ ਬਣ ਜਾਏਗਾ। ਠੀਕ ਹੈ। ਹੁਣ ਬਟ 5 ਦੇ ਕੇਸ ਵਿੱਚ ਕੀ ਹੁੰਦਾ, 5 ਲਿਖਤਾ, ਇਹਦਾ ਮਤਲਬ ਇਹ ਤੇ ਐਮਪਟੀ ਸੈੱਟ ਨੂੰ ਆਪਾਂ ਡਿਨੋਟ ਕਰਦੇ ਹਾਂ 5 ਦੇ ਨਾਲ। ਠੀਕ ਹੈ। 5 ਕੀ ਹੈ, ਇੱਕ ਐਮਪਟੀ ਸੈੱਟ ਆ।
मान लो जे मैं फाई के अराउंड करली ब्रैकेट पा दा ते ये ना सोचो कि हुण ये एम्प्टी सैट की नोटेशन है, करली ब्रैकेट पै गई तो ये की बन गया एक सैट बन गया जिहदा फाई की हैगा एक एलीमेंट है। ठीक है, जिहदे बारे में बाद डिस्कस करांगे। चलो सैट सबसैट बनाइए, पहला ए एलीमेंट का एक सैट बना लिया, इदा ही फिर दूजे एलीमेंट का एक सैट बना लांगे करली ब्रैकेट पा के, इहदा तीजे एलीमेंट सैट बना लांगे, 4 बन गए। हुण एक एक वाले सारे कंप्लीट हो गए, दो दो कर लाऊं ए बी ए कॉमा बी, ये भी एक सैट आ गया। फिर ए सी लै लो, उस तो बाद बी सी 1 2 3 4 5 6 7 7 आ गए। हुण लास्ट की लै लो जी खुद बी सैट पूरे का पूरा लै लो, ए इसकी बन गई जी बी दे सबसैट बन गए। क्लीयर, सबसैट किद्दां आपां डिफाइन कर रहे हैं, किद्दां बनाने ने सैट दे, क्लीयर हो गए। खुद अपने कोल कोई एग्जांपल लैके तुसीं सबसैट बना सकते जी। हुण पावर सैट की डेफिनेशन वाल आउने आ। पावर सैट बेटा की हुंदा, कोई भी साडे कोल सैट आ उन्हां सैट्स दे सबसैट सारे लै लो, दी कलैक्शन ऑफ ऑल सबसैट, ते वो सारे सबसैट दी कलैक्शन नूं इकट्ठियां करली ब्रैकेट च पा लो ते वो की आ जांदा जी उस सैट दा पावर सैट। उन्हें किवें डिनोट करदे आ P ऑफ A, मतलब पावर सैट ऑफ A। पावर सैट की हुंदा, इट इज अ sets of subset of the set, मतलब it is a collection of all subsets, कि सारे सबसेट की कलैक्शन लै लो किसी भी सैट की, तो वह एक सैट बना लो, उन्होंने आप की नाम दिंदे आ पावर सैट। ठीक है, जिवें ए सी, ए सैट के जिन्ने भी सबसैट आ वो लै ले, ਉਹਦਾ एक सैट बना लिया। हुण मैं सारे सबसैट नूं करली ब्रैकेट दे विच पा लिया, ते हुण जिन्ने भी मेरे कोल ए दे सबसैट ही वो ही आ गया एज ए एलीमेंट हुण काम करते पे है। देखो ਇਹਦਾ मैं एक सैट बना लिया, तो उन्होंने मैं की नाम देवांगा पावर सैट। ठीक है, पावर सैट विच की हुंदा है, किसी भी सैट का पावर सैट की होएगा, उस सैट दे सारे सबसैट का एक सैट बना लो। ठीक है, उन्होंने नाम दिंदे असीं पावर सैट। क्लीयर, ताकि डेफिनेशन जिहड़ी लिखदे आ आ नोट कर लो। देखिए डेफिनेशन जी, पावर सेट दी कलैक्शन ऑफ ऑल सबसेट ऑफ ए इज कॉल्ड पावर सेट ऑफ ए। कि किस जेड़े साडे कोल कोई ए सैट हैगा, ਉਹਦੇ जिन्ने भी सबसेट आ ਉਹਦੀ कलैक्शन लै लो, ਉਹਦਾ एक सैट बना लो, ਤੇ ਉਹ ਕੀ ਆ ਜਾਏਗਾ ਉਸ ए सैट ਦਾ पावर सैट आ जाएगा। मतलब पावर सैट ਦੇ ਵਿੱਚ ਜੇ पावर सैट ए ਦਾ ਆ, ਉਹਦੇ एलिमेंट्स ਕੀ ਹੋਣਗੇ ए ਦੇ सबसेट ਉਹਦੇ एलिमेंट्स होंगे। क्लीयर जी, ठीक है। ਤੇ ਆਪਾਂ ਕਿਸੇ ਵੀ ਸੈੱਟ ਦੇ सबसेट ਕਿੰਨੇ ਬਣਾ ਸਕਦੇ ਆ, ਉਹ ਹੁੰਦਾ 2 ਦੀ ਪਾਵਰ ਨੰਬਰ ਆਫ ਐਲੀਮੈਂਟ। ਇਹ ਰਿਜ਼ਲਟ ਨੂੰ ਯਾਦ ਰੱਖਣਾ। ਨੈਕਸਟ ਯੂਨੀਵਰਸਲ ਸੈੱਟ। ਯੂਨੀਵਰਸਲ ਸੈੱਟ ਕੀ ਹੁੰਦਾ, ਮੰਨ ਲਓ ਸਾਡੇ ਕੋਲ A B ਤੇ C ਸਾਡੇ ਕੋਲ ਮੰਨ ਲਓ 3 ਸੈੱਟ ਨੇ। ਜਿਹੜਾ A ਆ ਉਹ B ਤੇ C ਇਹਨਾਂ ਸਾਰਿਆਂ ਦੇ ਕੀ ਹੈਗਾ ਸੁਪਰ ਸੈੱਟ। ਮਤਲਬ ਸਾਡੇ ਕੋਲ ਜੇ 2 3 4 ਜਿੰਨੇ ਵੀ ਸੈੱਟ ਹੋਣ, ਜਿਹੜਾ ਸੈੱਟ ਸਾਰਿਆਂ ਦਾ ਹੀ ਸੁਪਰ ਸੈੱਟ ਹੁੰਦਾ, मतलब कि उस सैट के जिन्ने भी सैट ने सारे की है ਉਹਦੇ सबसैट होण, तो उस सैट ਨੂੰ ਆਪਾਂ ਕੀ ਨਾਮ ਦਿੰਨੇ ਆ यूनिवर्सल सैट ਦਾ। ਮੰਨ ਲਓ ਮੇਰੇ ਕੋਲ ਇੱਥੇ A सैट एलिमेंट ਆ 1 2 3 ਤੇ 4, B ਵਿੱਚ ਹੈਗਾ ਮੇਰੇ ਕੋਲ 1 ਤੇ 2 ਤੇ C ਵਿੱਚ ਹੈਗਾ ਮੇਰੇ ਕੋਲ ਓਨਲੀ 3। ਹੁਣ ਦੇਖੋ B ਵੀ A ਦਾ सबसैट ਆ, C ਵੀ A ਦਾ सबसैट ਆ। B सबसैट ऑफ A, C सबसैट ऑफ A, ਫਿਰ A ਨੂੰ ਅਸੀਂ ਕੀ ਕਵਾਂਗੇ ਇੱਥੇ यूनिवर्सल सैट। A is called universal set। यूनिवर्सल सेट केड़ा केड़ा हुंदा, किस सेट नूं कहने आ, बाकी दे जिन्ने भी साडे कोल सेट होण सारे की होण ओदे सबसेट होण, फिर आपां कहने आ वो की सेट की होएगा यूनिवर्सल सेट। ठीक है जी, हुण आपां कोई एक्सरसाइज 1.3 दे कुछ आपां सवाल जिहड़े आ वो डिस्कस कर। देखिए एक्सरसाइज दे कोई सवाल देखिए जी। फर्स्ट हैगा यूज सिंबल सबसेट नॉट सबसेट। 2 3 4 एलिमेंट है, 2 3 4 ਉਹਦੇ ਵਿੱਚ ਵੀ ਹੈਗਾ, ਇਟ ਮੀਨਸ A ਕੀ ਹੋ ਗਿਆ सबसेट हो गया। ਇਹ ਚ A B C एलिमेंट है, ਜੇ B C D ਇਹਦੇ ਸਾਰੇ एलिमेंट ਵਿੱਚ ਨਹੀਂ ਹੈਗੇ, ਆਪਾਂ ਕਹਿ ਸਕਦੇ ਹਾਂ ਕਿ A ਬਿਲੋਂਗ ਕਰਦਾ ਹੈ ਇਹਨੂੰ, ਬਟ A ਇਹਦੇ ਵਿੱਚ ਨਹੀਂ ਹੈਗਾ, ਇਟ ਮੀਨਸ ਇਹ ਨॉट सबसेट ਹੋ ਗਿਆ। ਸੈਕਿੰਡ ਦੇਖੋ ਉਹਦੇ ਵਿੱਚ ਟਰੂ ਫਾਲਸ ਕਿਹਾ, ਬਸ ਆਪਾਂ ਦੇਖਣਾ ਕਿ ਜੋ ਸਿੰਬਲ ਯੂਜ਼ ਕੀਤੇ ਆ ਉਹ ਠੀਕ ਹੈ ਕਿ ਨਹੀਂ। ਕਿਤੇ ਆ ਇੱਕ ਸੈਟ ਆ ਕਿ A ਦਾ सबसेट ਹੈਗਾ, ਹਾਂ ਇਹ ਚ ਇਹ ਸੈਟ एलिमेंट A ਹੈਗਾ, ਇਹਦੇ ਵਿੱਚ ਵੀ A ਹੈਗਾ, ਇਹ सबसेट ਹੋਏਗਾ। अने कि ये पूरे पूरे सैट इनू बिलोंग कर रहे हैं, नहीं। देखो बेटा एक गल का ध्यान रखना, जदों साइन बिलोंग्स टू आए, बिलोंग का मतलब हुंदा कि वो जिहड़ा सिंबल सूर साडे कोल हैगा वो
दूसरे सैट का की एक एलीमेंट होए। एलीमेंट बिलोंग करता है सैट नूं, बट एक सैट दूजे का की हुंदा है सबसैट। मैं तुहानूं एक बहुत ही इंपॉर्टेंट चीज़ है तुहानूं दस्सण लगा इत्थे। मान लो मेरे को एक ए सैट आ, उहदे एलीमेंट है 1 2 ते 3। हुण इत्थे जिहड़ा 1 आ वो ए नूं बिलोंग करदा पिया, क्योंकि 1 जिहड़ा है ए दा एलीमेंट हैगा बिलोंग। मैं ये नहीं कह सकता कि 1 ए दा सबसैट आ, क्योंकि 1 एक एलीमेंट आ। जे ते मैं कर्ली ब्रैकेट पाउणा है वो की हो जाएगा फिर ए दा सबसैट होएगा। क्लीयर? इत्थे 1 ए दा सबसैट नहीं है। हाँ कर्ली ब्रैकेट 1 पा दा, हुण एक सैट बन गया जिहड़ा 1 एलीमेंट है ते ए विच 1 एलीमेंट है। हुण जिहड़ा ए आ 1 एलीमेंट वाला सैट वो ए दा सबसैट है। हुण इत्थे मैं थोड़ा जिहा सैट नूं चेंज करदा। देखो मैं एलीमेंट लिया 1 कर्ली ब्रैकेट 2 ते 3। अच्छा हुण जे मैं कहां कि 1 ए नूं बिलोंग करदा पिया, हाँ 1 ए दा एलीमेंट हैगा। 2 ए नूं बिलोंग करदा पिया कि 2 ए दा एलीमेंट हैगा नहीं। तुहानूं किते भी 2 नहीं दिखदा पिया, तुहानूं की दिखदा पिया इत्थे कर्ली ब्रैकेट च 2। हुण कर्ली ब्रैकेट दे विच जिहड़ा 2 आ वो ए दा एलीमेंट है। क्लीयर? हुण आ कर्ली ब्रैकेट 2 आ एज एलीमेंट काम करदा पिया ए दा। आपां किसे सैट विच देखना हुंदा कि कोमा पा के जो लिखे हुंदे आ वो की हुंदे उस सैट दे एलीमेंट्स हुंदे आ। ठीक? ते एलीमेंट सैट नूं बिलोंग करदे आ, ओहदा सबसैट नहीं हुंदे। हुण 2 ते ए दा किते भी एलीमेंट है ही नहीं कल्ला। जे मैं कर्ली ब्रैकेट 2 पाउणा, हाँ ये चीज हुण ट्रू होएगी। कर्ली ब्रैकेट 2 जिहड़ा आ वो ए दा एलीमेंट है लिखिआ है इत्थे, दैन ये चीज ट्रू आ। हुण जे मैं कहां कि आ चीज ट्रू होएगी सबसेट वाला केस कि ए दा सबसेट होएगा, बिल्कुल नहीं, क्योंकि कर्ली ब्रैकेट 2 इस वक्त ए दा की एक एलीमेंट आ ते एलीमेंट की हुंदा आ उस सैट दा सबसेट नहीं हुंदा। हुण दी कहोगे कि सर जे आपां इनू सैट बनाउणा होए कि ये सबसेट ए दा बने ते की करना पएगा? ए ते एक एलीमेंट है ना कर्ली ब्रैकेट 2, एक एलीमेंट है, इहदे दोबारा कर्ली ब्रैकेट पाउणी पएगी। एलीमेंट्स दे उपर असीं कर्ली ब्रैकेट पावांगे। हुण की बन गया? एक सैट बन गया जिहदा कर्ली ब्रैकेट विच 2 की एक एलीमेंट आ। हुण ए दा की होएगा सबसेट, क्योंकि एक सैट है जिहदा कर्ली ब्रैकेट विच 2 एलीमेंट है, ए विच भी कर्ली ब्रैकेट 2 एक एलीमेंट हैगा ते इहदे एलीमेंट ए विच ने, दैन ए हुण की हो गया ए दा सबसेट हो गया। क्लीयर जी? ते एक बड़ी इंपॉर्टेंट चीज है जिहड़ी सानूं सम्स में पूछा जाऊगा, नोट डाउन कर लो ते बाकी अपने सम जिहड़े जिन्ने मैक्सिमम 1.3 दे हुंदे आ कंप्लीट करना। एक साडा बस कांसेप्ट बचा 1.3 वाला, पर नेक्स्ट लेक्चर विच डिस्कस